वाहिगुरु जी का खालसा, वाहिगुरु जी की फतेह। जुगो जुग अटल, चवर छतर, तख्तां दे मालक श्री गुरु ग्रंथ साहिब जी महाराज, जिन्हां दी महान दया किरपा दे नाल गुरबाणी दी रोशनी विचों आप जी दे नाल गुरमत विचार सांझी करन जा रहे हाँ। विशा है कर बंदे तू बंद की, जिचर घट मह साहु। अर्थात सच दी प्राप्ति दे साधन। सच दी प्राप्ति अकाल पुरख वाहिगुरु निरंकार, उस सच दी प्राप्ति किस तरह होवे, इस संबंध विच आप जी दे नाल गुरमत विचार गुरु कृपा नाल सांझी करन जा रहे हाँ। सच तक पहुँचण तो पहलां, सच नूं समझण तो पहलां, सच नूं वाहिगुरु जी नूं जानण तो पहलां ये जानना बड़ा जरूरी है कि सिख कौन है, सिख दा अर्थ की है। भाई साहब भाई रघबीर सिंह जी बीर होना ने अपनी किताब बंदगी नामा दे विच लिखिया है, सिख दा जेड़ा असली अर्थ है वो है सिखना जां सच दी खोज करनी, ज्ञान दा मुतलाशी होना, अपने निज घर तक पहुँचना कि निज घर है कि मैं कित्थों आया हाँ, कित्थे जावांगा। ये शरीर की है, शरीर दे अंदर जो अकाल पुरख ने जोत रखी है, ओह जोत दा स्वरूप की है। ये सारियां गल्लां नूं जानण वाला सिख है। सिख दा अर्थ है सच दी खोज करनी, अपने आप दी खोज करनी। जिस तरह गुरु साहिब जी ने बाणी अंदर फरमान कीता, मन तू जोत स्वरूप है, अपना मूल पछाण। मन हर जी तेरे नाल है, गुरमति रंग मान। मैं कौन हाँ, कित्थों आया हाँ, किस तरह आया हाँ, ते अखीर सुआसा रूपी पूंजी नूं भोगदा होया मैं कित्थे चला जावांगा। इस गल नूं जानना सिख दा फर्ज है ते सिख दा जेड़ा असली अर्थ है, मतलब है, वो है तालब इल्म, सिखण दा अभिलाषी, सच दी खोज करनी, ज्ञान दा मुतलाशी होना। सच दी तलाश सिख दे जीवन दा आधार भी है अते आदर्श भी है। सिख अपने जीवन विच शरीर ਅਤੇ शरीर दे नाल जिन्ने भी संबंध जुड़े ਹਨ, जिस तरह साडे भैण भरा, माता पिता, बच्चे, घर वाली, होर कई रिश्तेदार,
ਇਹ ਜਿੰਨੇ ਵੀ ਸੰਬੰਧ ਸਰੀਰ ਦੇ ਨਾਲ ਜੁੜੇ ਹਨ, ਇਹਨਾਂ ਸਾਰੇ ਸੰਬੰਧਾਂ ਦੇ ਵਿੱਚ ਖੇਡਦਾ ਹੋਇਆ, ਦਸਾਂ ਨੋਹਾਂ ਦੀ ਕਿਰਤ ਕਰਦਾ ਹੋਇਆ, ਮਾਇਆ ਦੇ ਪ੍ਰਭਾਵ ਵਿੱਚੋਂ ਲੰਘਦਾ ਹੋਇਆ, ਗ੍ਰਸਤ ਦੇ ਸਾਰੇ ਫਰਜ਼ ਨਿਭਾਉਂਦਾ ਹੋਇਆ, ਬਾਲ ਬੱਚਿਆਂ ਨੂੰ, ਇਸਤਰੀ ਨੂੰ ਪਾਲਦਾ ਹੋਇਆ, ਮਾਤਾ ਪਿਤਾ ਨੂੰ, ਰਿਸ਼ਤੇਦਾਰਾਂ ਦੇ ਨਾਲ ਸਾਕ ਸੰਬੰਧੀ ਨਿਭਾਉਂਦਾ ਹੋਇਆ, ਦੋਸਤਾਂ ਦੇ ਨਾਲ, ਕੌਮ, ਮੁਲਕ ਅਤੇ ਜਗਤ ਦੀ ਸੇਵਾ ਕਰਦਾ ਹੋਇਆ ਵੀ ਸਿੱਖ ਇਸ ਖਿਆਲ ਵਿੱਚ ਰਹਿੰਦਾ ਹੈ ਕਿ ਮੈਂ ਆਪਣੇ ਨਿੱਜ ਘਰ ਜਾਣਾ ਹੈ, ਆਪਣੇ ਸੱਚ ਦੀ ਮੈਂ ਪਹਿਚਾਣ ਕਰਨੀ ਹੈ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿਉਂ ਮੈਂ ਵਾਰ-ਵਾਰ ਜਨਮ ਲੈਂਦਾ ਹਾਂ, ਕਿਉਂ ਵਾਰ-ਵਾਰ ਮਰਦਾ ਹਾਂ। ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਦੱਸਿਆ ਹੈ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਖੂਹ ਹੁੰਦੇ ਸਨ, ਖੂਹ ਦੇ ਵਿੱਚ ਟਿੰਡਾਂ ਲੱਗੀਆਂ ਹੁੰਦੀਆਂ ਸਨ, ਟਿੰਡਾਂ ਦੇ ਆਸਰੇ ਦੇ ਨਾਲ ਖੂਹ ਵਿੱਚੋਂ ਪਾਣੀ ਕੱਢ ਲੈਣਾ ਤੇ ਪਾਣੀ ਭਰ ਲੈਣਾ, ਤੇ ਜਿਹੜਾ ਟਿੰਡ ਦਾ ਕੰਮ ਹੈ, ਖੂਹ ਦੇ ਵਿੱਚ ਜਿਹੜੀ ਟਿੰਡ ਲੱਗੀ ਹੈ, ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਤਾਂ ਮੋਟਰਾਂ ਲੱਗੀਆਂ ਹਨ ਘਰ ਘਰ ਵਿੱਚ, ਖੂਹਾਂ ਤੋਂ ਪਾਣੀ ਕੌਣ ਭਰਦਾ ਹੈ। ਸੋ ਭਗਤ ਨਾਮਦੇਵ ਜੀ ਉਦਾਹਰਨ ਦੇ ਰਹੇ ਹਨ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਖੂਹ ਦੇ ਵਿੱਚ ਜਿਹੜੀ ਟਿੰਡ ਲੱਗੀ ਹੈ, ਟਿੰਡ ਦਾ ਕੰਮ ਹੈ ਖੂਹ ਵਿੱਚੋਂ ਪਾਣੀ ਭਰਨਾ, ਉੱਪਰ ਨੂੰ ਲੈ ਕੇ ਆਉਣਾ ਅਤੇ ਬਾਹਰ ਡੋਲ ਦੇਣਾ, ਫਿਰ ਖਾਲੀ ਹੋ ਕੇ ਖੂਹ ਵਿੱਚ ਚਲੀ ਜਾਂਦੀ ਹੈ। ਇਸੇ ਤਰ੍ਹਾਂ ਆਪਾਂ ਨੂੰ ਖੁਦ ਪਤਾ ਨਹੀਂ ਆਪਾਂ ਕਿੰਨੀ ਵਾਰ 84 ਲੱਖ ਜੂਨ ਵਿੱਚੋਂ ਆਏ, ਮਨੁੱਖਾ ਦੇਹੀ ਪ੍ਰਾਪਤ ਕੀਤੀ, ਫਿਰ ਕਰਮਾਂ ਦਾ ਬੋਝ ਚੁੱਕ ਕੇ 84 ਲੱਖ ਜੂਨ ਵਿੱਚ ਚਲੇ ਜਾਂਦੇ ਹਾਂ। 84 ਲੱਖ ਜੂਨ ਭੁਗਤਣ ਤੋਂ ਬਾਅਦ ਫਿਰ ਮਨੁੱਖਾ ਦੇਹੀ ਮਿਲਦੀ ਹੈ, ਫਿਰ ਅਸੀਂ ਆਪਣੇ ਅਵਸਰ ਨੂੰ ਬੁੱਝਦੇ ਨਹੀਂ। ਕਿਹੜਾ ਅਵਸਰ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਅਵਸਰ ਹੈ। ਮਨੁੱਖਾ ਦੇਹੀ ਇਸ ਕਰਕੇ ਮਿਲਦੀ ਹੈ ਕਿ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਈਏ, ਜੰਮਣ ਮਰਨ ਦੇ ਗੇੜਿਆਂ ਤੋਂ ਮੁਕਤੀ ਮਿਲੇ, ਮੋਖ ਦੁਆਰੇ ਤੇ ਪਹੁੰਚ ਜਾਈਏ। ਪਰ ਮਾੜੇ ਭਾਗ ਹੋਣ ਕਰਕੇ ਸਾਨੂੰ ਸੰਗਤ ਨਸੀਬ ਨਹੀਂ ਹੁੰਦੀ। ਸੰਗਤ ਤਾਂ ਅਸੀਂ ਕਰਦੇ ਹਾਂ ਮਾਤਾ ਪਿਤਾ ਦੀ, ਭੈਣ ਭਰਾਵਾਂ ਦੀ, ਯਾਰਾਂ ਦੋਸਤਾਂ ਦੀ, ਬੇਲੀਆਂ ਦੀ, ਪਰ ਸਾਨੂੰ ਉਹ ਸੰਗਤ ਮਿਲਦੀ ਨਹੀਂ ਜਿਸ ਸੰਗਤ ਵਿੱਚ ਬੈਠ ਕੇ ਸਾਨੂੰ ਇਸ ਗੱਲ ਦੀ ਸੋਝੀ ਹੋਵੇ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਜਾਵਾਂਗਾ। ਸੋ ਸਿੱਖ ਦਾ ਇਹ ਅਰਥ ਹੈ ਕਿ ਇਸ ਗੱਲ ਨੂੰ ਜਾਣਨਾ। ਸੋ ਸਿੱਖ ਗ੍ਰਸਤੀ ਜੀਵਨ ਵਿੱਚ ਕਾਰੋਬਾਰ ਕਰਦਾ ਹੋਇਆ, ਮਾਤਾ ਪਿਤਾ ਦੀ, ਭੈਣ ਭਰਾਵਾਂ ਦੀ, ਬੱਚਿਆਂ ਦੀ ਸਾਂਭ ਸੰਭਾਲ ਕਰਦਾ ਹੋਇਆ ਵੀ ਇਸ ਖਿਆਲ ਵਿੱਚ ਰਹਿੰਦਾ ਹੈ ਕਿ ਮੈਂ ਆਪਣੇ ਨਿੱਜ ਘਰ ਵਿੱਚ ਜਾਣਾ ਹੈ, ਉਸ ਸੱਚ ਦੀ ਤਲਾਸ਼ ਕਰਨੀ ਹੈ, ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਜਿਸ ਅਕਾਲ ਪੁਰਖ ਨੇ ਮੈਨੂੰ 84 ਲੱਖ ਜੂਨ ਵਿੱਚੋਂ ਕੱਢਿਆ ਤੇ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ। ਭਗਤ ਕਬੀਰ ਜੀ ਆਖਦੇ ਹਨ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਦੇਹੀ ਕੋ ਸਿਮਰਹਿ ਦੇਵ,
ਸੋ ਦੇਹੀ ਭਜ ਹਰ ਕੀ ਸੇ। ਇਸ ਦੇਹ ਨੂੰ ਦੇਵੀ ਦੇਵਤੇ ਵੀ ਲੋਚਦੇ ਹਨ। ਦੇਵੀ ਦੇਵਤੇ ਵੀ ਇਹ ਸੋਚਦੇ ਹਨ ਕਿ ਸਾਨੂੰ ਮਨੁੱਖਾ ਦੇਹ ਹੀ ਮਿਲੇ। ਕਿਉਂ? ਦੇਵੀ ਦੇਵਤਿਆਂ ਦਾ ਜੀਵਨ ਤੇ ਬੜਾ ਚੰਗਾ ਹੈ, ਸੋਹਣਾ ਹੈ, ਆਦਰਸ਼ ਵਾਲਾ ਹੈ, ਪਰ ਫਿਰ ਵੀ ਮਨੁੱਖਾ ਦੇਹ ਹੀ ਕਿਉਂ? ਕਿਉਂਕਿ 84 ਲੱਖ ਜੂਨ ਵਿੱਚੋਂ ਸਿਰਫ ਐਸੀ ਇਹ ਮਾਨਸ ਦੇਹ ਹੀ ਹੈ ਜਿਸ ਦੀ ਪ੍ਰਾਪਤੀ ਕਰਕੇ ਅਸੀਂ ਅਕਾਲ ਪੁਰਖ ਦੀ ਪ੍ਰਾਪਤੀ ਕਰ ਸਕਦੇ ਹਾਂ। ਹੋਰ ਜਿੰਨੀਆਂ ਵੀ ਜੂਨਾਂ ਹਨ, 84 ਲੱਖ ਜੂਨਾਂ, ਇਹਨਾਂ ਦੇ ਵਿੱਚ ਅਸੀਂ ਅਕਾਲ ਪੁਰਖ ਦੀ ਭਗਤੀ ਸਿਮਰਨ ਕਰਕੇ ਉਸ ਦੀ ਪ੍ਰਾਪਤੀ ਨਹੀਂ ਕਰ ਸਕਦੇ। ਅਗਰ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਤਾਂ ਮਨੁੱਖਾ ਦੇਹੀ ਵਿੱਚ ਆਉਣਾ ਪਵੇਗਾ। ਸੋ ਇਸ ਕਰਕੇ ਦੇਵੀ ਦੇਵਤੇ ਵੀ 84 ਲੱਖ ਜੂਨ ਦੀ ਸ਼੍ਰੇਣੀ ਵਿੱਚ ਗਿਣੇ ਗਏ ਹਨ। ਸੋ ਮਨੁੱਖਾ ਦੇਹੀ ਸਾਰਿਆਂ ਨਾਲੋਂ ਉੱਤਮ ਹੈ। 184 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏ ਦਾ। ਸੋ ਸਿੱਖ ਦਾ ਅਰਥ ਹੈ ਕਿ ਆਪਣੇ ਨਿਜ ਘਰ ਦੀ ਪ੍ਰਾਪਤੀ, ਸੱਚ ਦੀ ਤਲਾਸ਼ ਕਰਨੀ ਕਿ ਸੱਚ ਹੈ ਕੀ। ਸੋ ਇਸ ਕਰਕੇ ਸਿੱਖ ਭਾਵੇਂ ਗ੍ਰਸਤ ਵਿੱਚ ਰਹਿੰਦਾ ਹੈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਵੀ ਕਰਦਾ ਹੈ, ਆਪਣੇ ਦੇਸ਼ ਦੀ, ਮੁਲਕ ਦੀ, ਕੌਮ ਦੀ ਸੇਵਾ ਵੀ ਕਰਦਾ ਹੈ, ਪਰ ਆਪਣੇ ਮਨ ਵਿੱਚ ਇਹ ਖਿਆਲ ਰੱਖਦਾ ਹੈ ਕਿ ਮੈਂ ਆਪਣੇ ਸੱਚ ਘਰ ਵਿੱਚ, ਨਿਜ ਘਰ ਵਿੱਚ ਜਾਣਾ ਹੈ ਤੇ ਕਿਸ ਤਰ੍ਹਾਂ ਪਹੁੰਚਿਆ ਜਾਵੇ। ਇੱਕੋ ਹੀ ਸਾਧਨ ਹੈ ਜੀ, ਸਤ ਸੰਗ। ਸਤ ਸੰਗ ਦੇ ਜ਼ਰੀਏ ਹੀ ਅਸੀਂ ਉਸ ਸੱਚ ਦੀ ਪ੍ਰਾਪਤੀ ਕਰ ਸਕਦੇ ਹਾਂ, ਅਕਾਲ ਪੁਰਖ ਦੀ ਪ੍ਰਾਪਤੀ ਕਰ ਸਕਦੇ ਹਾਂ। ਸੋ ਭਾਈ ਸਿੱਖ ਸਤ ਸੰਗ ਵਿੱਚ ਬੈਠ ਕੇ ਨਾਮ ਸ਼ਬਦ ਦੀ ਕਮਾਈ ਕਰਦਾ ਹੈ। ਗੁਰਮੁਖ ਪਿਆਰਿਆਂ ਦੇ ਪਾਸੋਂ ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਦੇ ਨਾਲ ਪ੍ਰੇਮ ਕਰਕੇ, ਨਾਮ ਸ਼ਬਦ ਦਾ ਭੇਦ ਪੰਜ ਪਿਆਰੇ ਸਹਿਬਾਨ ਦੇ ਪਾਸੋਂ ਪ੍ਰਾਪਤ ਕਰਕੇ ਤੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਨਾਮ ਸ਼ਬਦ ਦੀ ਕਮਾਈ ਸਤ ਸੰਗ ਰੂਪੀ ਘਰ ਵਿੱਚ ਬੈਠ ਕੇ ਕਰਦਾ ਹੈ ਤੇ ਆਪਣੇ ਸੱਚ ਦੀ, ਆਪਣੇ ਨਿਜ ਘਰ ਦੀ ਪ੍ਰਾਪਤੀ ਕਰ ਲੈਂਦਾ ਹੈ। ਇਹ ਸਿੱਖ ਦਾ ਅਰਥ ਹੈ। ਸਿੱਖ ਦਾ ਅਰਥ ਹੈ ਸੱਚ ਦੀ ਤਲਾਸ਼। ਸਿੱਖ ਨੂੰ ਜ਼ਿੰਦਗੀ ਦੇ ਰਾਜ ਸਮਝਣ ਵਿੱਚ ਕੋਈ ਦਿਲਚਸਪੀ ਨਹੀਂ ਕਿ ਜ਼ਿੰਦਗੀ ਕੀ ਹੈ। ਸਿੱਖ ਦੀ ਜਿਹੜੀ ਖਵਾਇਸ਼ ਹੈ, ਸਿੱਖ ਦੀ ਖਵਾਇਸ਼ ਹੈ ਅਕਾਲ ਪੁਰਖ ਪਰਮ ਪਿਤਾ ਦੀ ਪ੍ਰਾਪਤੀ ਕਰਨੀ। ਜਿਸ ਅਕਾਲ ਪੁਰਖ ਦੀ ਮੈਂ ਅੰਸ਼ ਹਾਂ, ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ, ਉਸ ਨਿਜ ਘਰ ਵਿੱਚ ਪਹੁੰਚਣਾ ਤੇ ਮਹਾ ਆਨੰਦ ਦੀ ਪ੍ਰਾਪਤੀ ਕਰਨੀ। ਸਿੱਖ ਤੇ ਹਾਰ। ਦੁਨੀਆ ਦੀ ਕੋਈ ਵੀ ਖਿੱਚ, ਕੋਈ ਵੀ ਲਾਲਚ, ਕੋਈ ਵੀ ਰੁਕਾਵਟ ਸਿੱਖ ਦੀ ਖੋਜ ਨੂੰ ਦਬਾ ਨਹੀਂ ਸਕਦੀ। ਸਿੱਖ ਮਾਇਆ ਤੋਂ, ਪਾਪ ਤੋਂ, ਕਮਜ਼ੋਰੀਆਂ ਤੋਂ ਕਈ ਵਾਰ ਹਾਰ ਵੀ ਖਾ ਸਕਦਾ ਹੈ, ਬੁਰੀ ਤਰ੍ਹਾਂ ਹਾਰ ਖਾ ਸਕਦਾ ਹੈ। ਵਿਸ਼ੇ ਵਿਕਾਰਾਂ ਦੇ ਸਾਹਮਣੇ, ਲੜਾਈ ਝਗੜੇ ਦੇ ਸਾਹਮਣੇ, ਮਨ ਸਾਹਮਣੇ ਕਈ ਵਾਰ ਹਾਰਦਾ ਹੈ, ਪਰ ਉਹ ਇਹਨਾਂ ਨੂੰ ਉੱਕਾ ਜਿੱਤਿਆ ਨਹੀਂ ਜਾ ਸਕਦਾ। ਇਹ ਜਿਹੜੇ ਵਿਸ਼ੇ ਵਿਕਾਰ ਹਨ, ਸਿੱਖ ਨੂੰ ਜਿੱਤ ਨਹੀਂ ਸਕਦੇ। ਕਿਉਂ? ਕਿਉਂਕਿ ਸਿੱਖ ਅਕਾਲ ਪੁਰਖ ਦੇ ਨਾਮ ਸ਼ਬਦ ਨਾਲ ਜੁੜਿਆ ਹੈ ਤੇ ਅਕਾਲ ਪੁਰਖ ਨੇ ਹੀ ਵਿਸ਼ੇ ਵਿਕਾਰਾਂ ਨੂੰ ਪੈਦਾ ਕੀਤਾ ਤੇ ਸਿੱਖ ਨੂੰ ਸੁਭਾਵਿਕ ਪਤਾ ਲੱਗ ਜਾਂਦਾ ਹੈ ਕਿ ਰਸਾਕਸ਼ੀ ਵਿੱਚ, ਕਸ਼ ਮਕਾਸ਼ ਵਿੱਚ, ਲੜਾਈ ਵਿੱਚ ਜਿੱਤ ਸਿਰਫ ਉਸੇ ਧਿਰੇ ਦੀ ਹੁੰਦੀ ਹੈ ਜਿਸ ਵਿੱਚ ਮੁਸ਼ਕਲਾਂ ਹੋਣ, ਲੜਾਈ ਝਗੜੇ ਵੀ ਹੋਣ, ਪਰ ਜਿੱਤ ਸਿਰਫ ਉਸ ਦੀ ਹੋਣੀ ਹੈ ਜਿਸ ਦੇ ਹੱਥ ਵਿੱਚ ਨਾਮ ਰੂਪੀ ਖੰਡਾ ਹੈ ਤੇ ਜਿਸ ਦੇ
मन विच अकाल पुरख की प्राप्ति का चाह है, सिर्फ उसे नूं ही जित प्राप्त हुंदी है। इस जंग के मैदान विच, ये जंग का मैदान है जी, ये मन ਅਤੇ ਸਰੀਰ ਦੇ ਵਿਚਕਾਰ, ਗੁਰਮੁਖ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਹੈ, ਇਹ ਇੱਕ ਜੰਗ ਦਾ ਮੈਦਾਨ ਹੈ। ਤੇ ਜੰਗ ਦੇ ਮੈਦਾਨ ਵਿੱਚ ਬੇਸ਼ੱਕ ਸਿੱਖ ਕਈ ਵਾਰ ਹਾਰ ਵੀ ਜਾਵੇ, ਪਰ ਵਿਸ਼ੇ ਵਿਕਾਰਾਂ ਤੋਂ ਜਿੱਤਿਆ ਨਹੀਂ ਜਾ ਸਕਦਾ, ਕਿਉਂਕਿ ਸਿੱਖ ਨੇ ਆਪਣੇ ਨਿਜ ਘਰ ਵਿੱਚ ਪਹੁੰਚਣਾ ਹੈ। ਹਾਂ, ਰਸਤੇ ਵਿੱਚ ਰੁਕਾਵਟਾਂ ਬਹੁਤ ਹਨ। जिस तरह बाबा फरीद जी ने आखिया, फरीदा गलिए चिक्कड़ दूर घर, नाल प्यारे नेहो, चला ता भिजै कंबली, राहां ता टुटै नेहो। हाँ जी, रस्ते विच रुकावटां तां बहुत हन, बड़ा चिक्कड़ है विषे विकारां दा, विषे विकारां दा, ईरखा वैर विरोध दा मींह भी बड़े जोर नाल पै रिहा है। सिख कई बार डिगदा है ते डिग के फिर उठदा है, उठ के फिर पिछे नहीं मुड़दा। सिख दा निशाना है सच दी प्राप्ति। उठदा है, कपड़े झाड़दा है, परवाह नहीं करदा ते अगे तुर पैंदा है। सिख दा जिहड़ा निश्चा है ना, सिख दा निश्चा गुरु नानक साहब जी दे उपर है। जिस तरह एक बच्चे नूं अपनी माँ उत्ते बड़ा निश्चा हुंदा है ना, भरोसा हुंदा है, इसे तरह सिख नूं अपने मुरशद पैगंबर अवतार दे उपर, गुरु दे उपर बड़ा भरोसा हुंदा है। ते सिख गुरु नानक साहब दे भरोसे ते इस खेड दे मैदान विच उतरदा है ते गुरु नानक साहब दी किरपा नाल इस जंग के मैदान में फतेह प्राप्त कर लैंदा है। पर फतेह उन्हां दी प्राप्त हुंदी है भाई, जिन्हां नूं अपने गुरु दे उपर पूर्ण भरोसा निश्चा होवे। जिस तरह बच्चे नूं अपनी माँ दे उपर भरोसा है, सिख नूं अपने गुरु दे उपर इतना यकीन है। जिस तरह कोई बच्चा मेले विच मेला वेखण जावे ते बच्चा अपने पिता की उंगल फड़ के रखदा है, क्योंकि बच्चे नूं पता है कि मेरे पिता ने मैनू मेले विच गवाचण नहीं देना, मेरी बांह फड़ के रखनी है। इसे तरह आ जो संसार है ना, ये जो संसार है, इस संसार दे विच माया दा मेला लगा है ते इस मेले विच माया दे बड़े सोहणे सोहणे पदार्थ हन जो मन नूं भाउण वाले हन, जिन्हां नूं वेख के असीं कई बार अपने पिता की उंगल छडाउण की कोशिश भी करते हैं। कई छडा भी लैंदे हन, जिहड़े छडा लैंदे हन फिर गवाच जाते हैं मेले विच, फिर वार वार जम्मण मरण दे गेड़ियां विच आउणा पैंदा है। पर जिन्हां दे उपर गुरु किरपा है, गुरु किरपा नाल जिन्हां नूं इस गल की सोझी है कि ये सारा कुछ माया का पसारा है, नाशवंत है जी, आनंदमयी नहीं है। थोड़े समय का आनंद है, बाद विच आनंद नहीं है। अगर सजीव काल वास्ते आनंद लेना है तो अपने पिता की गोद विचों ही आनंद मिलेगा। इस करके भाई सिख अपने गुरु नानक साहब के उपर, मुरशद के उपर पूर्ण भरोसा रखदा है। इस माया के मेले विच अपने पिता की उंगल फड़ लैंदा है ते जिधर जिधर साडा पिता जी जाते हैं उधर ही सिख तुरया जाता है। वह अपने गुरुदेव के बचनों पर पूर्ण भरोसा रखता है। गुरुदेव के बचन की हैं? गुरु नानक साहब के बचन भाई धन श्री गुरु अर्जन देव जी महाराज ने जो सानू गुरबाणी की दात बख्शिश की है, साडे दादियाँ पड़दादियाँ ने ये जो एक अंग तो लैके 1430 अंग तक जिहड़ी गुरबाणी लिखी है, ये भाई साडे गुरुदेव दे बचन हैं। धन श्री गुरु नानक साहब जी आखदे हन, बाणी बिरलो विचारसी जे को गुरमुख होए, यह बाणी महापुरख की
ਨਿਜ ਘਰ ਵਾਸਾ ਹੋਏ। उत्तम श्लोक साध के बचन अमोलीक लाल, एह रतन सुनत कमावत होत उदार, आप तरह लोकै है निस्तार। ਇਹ ਗੁਰਦੇਵ ਦੇ ਬਚਨ ਹਨ ਤੇ ਸਿੱਖ ਆਪਣੇ ਗੁਰਦੇਵ ਉੱਪਰ ਤੋਂ ਗੁਰਦੇਵ ਦੇ ਬਚਨਾਂ ਉੱਪਰ ਪੂਰਨ ਭਰੋਸਾ ਰੱਖਦਾ ਹੈ, ਗੁਰਬਾਣੀ ਨੂੰ ਸਮਝਦਾ ਹੈ, ਪਰ ਆਪਣੇ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਨਾਲ ਕਦੇ ਨਹੀਂ ਰਲਾਉਂਦਾ। ਸਿੱਖ ਆਪਣੇ ਗੁਰਦੇਵ ਉੱਪਰ ਤੇ ਗੁਰਦੇਵ ਦੇ ਬਚਨਾਂ ਉੱਪਰ ਪੂਰਨ ਭਰੋਸਾ ਰੱਖਦਾ ਹੈ। ਕਦੇ ਵੀ ਸਿੱਖ ਅੰਧ ਵਿਸ਼ਵਾਸ ਦੇ ਚੱਕਰਾਂ ਵਿੱਚ ਨਹੀਂ ਪੈਂਦਾ। ਆਪਣੇ ਗੁਰਦੇਵ ਦੇ ਉੱਪਰ ਹੀ ਭਰੋਸਾ ਰੱਖਦਾ ਹੈ, ਕਿਉਂਕਿ ਗੁਰਦੇਵ ਦੇ ਬਚਨ ਹਨ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਿੱਖ ਦੇ ਭਾਗ ਬੜੇ ਚੰਗੇ ਹਨ ਕਿ ਗੁਰੂ ਨਾਨਕ ਵਰਗਾ ਸਾਧੂ ਮਿਲਿਆ ਹੈ ਸਿੱਖ ਨੂੰ। ਇਸ ਕਰਕੇ ਸਿੱਖ ਆਪਣੇ ਗੁਰੂ ਦੇ ਉੱਪਰ ਪੂਰਨ ਭਰੋਸਾ ਵਿਸ਼ਵਾਸ ਰੱਖਦਾ ਹੈ ਤੇ ਆਪਣੇ ਪਿਤਾ ਦੀ ਉਂਗਲ ਫੜ ਕੇ ਮਾਇਆ ਦੇ ਮੇਲੇ ਵਿੱਚੋਂ ਗੁਜ਼ਰਦਾ ਹੈ। ਮਾਇਆ ਦੇ ਮੇਲਿਆਂ ਨੂੰ ਵੇਖਦਾ ਹੈ, ਪਦਾਰਥਾਂ ਨੂੰ ਵੇਖਦਾ ਹੈ, ਇਹਨਾਂ ਨੂੰ ਭੋਗਦਾ ਵੀ ਹੈ। ਮਾਇਆ ਦੇ ਪਦਾਰਥਾਂ ਨੂੰ ਭੋਗਦਾ ਹੈ, ਗ੍ਰਸਥ ਵਿੱਚ ਜੀਵਨ ਬਤੀਤ ਕਰਦਾ ਹੈ, ਬਾਲ ਬੱਚਿਆਂ ਨੂੰ ਪਾਲਦਾ ਹੈ, ਪਰ ਆਪਣੇ ਪਿਤਾ ਦੀ ਉਂਗਲ ਨਹੀਂ ਛੱਡਦਾ, ਕਿਉਂਕਿ ਪਤਾ ਹੈ ਕਿ ਅਗਰ ਮੈਂ ਆਪਣੇ ਨਿੱਜ ਘਰ ਪਹੁੰਚਣਾ ਹੈ ਤੇ ਮੇਰਾ ਪਿਤਾ ਹੀ ਮੈਨੂੰ ਆਪਣੇ ਘਰ ਵਿੱਚ ਲੈ ਕੇ ਜਾਵੇਗਾ। ਸੋ ਭਾਈ, ਇਸ ਕਰਕੇ ਸਿੱਖ ਦਾ ਜਿਹੜਾ ਨਿਸ਼ਾਨਾ ਹੈ ਉਹ ਸੱਚ ਦੀ ਪ੍ਰਾਪਤੀ ਹੈ। ਤੇ ਸੱਚ ਦੀ ਪ੍ਰਾਪਤੀ ਹੋਵੇਗੀ ਕਿਸ ਤਰ੍ਹਾਂ? ਜੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ, ਗੁਰੂ ਦੇ ਉੱਪਰ ਤੇ ਗੁਰੂ ਦੇ ਬਚਨਾਂ ਦੇ ਉੱਪਰ ਭਰੋਸਾ ਰੱਖਾਂਗੇ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨਾਲ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਵਾਂਗੇ। ਜੇ ਉਹਨਾਂ ਦੀ ਸੰਗਤ ਕਰਾਂਗੇ, ਇਹ ਸਿੱਖ ਦਾ ਪਹਿਲਾ ਸਟੈਪ ਹੈ। ਸਿੱਖ ਦਾ ਪਹਿਲਾ ਸਟੈਪ ਇਹੀ ਹੈ ਕਿ ਆਪਣੇ ਆਪ ਨੂੰ ਪਹਿਚਾਣੇ ਕਿ ਮੈਂ ਸਿੱਖ ਹਾਂ ਤੇ ਸਿੱਖ ਦਾ ਅਰਥ ਕੀ ਹੈ। ਸਾਨੂੰ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਸਿੱਖ ਦਾ ਅਰਥ ਕੀ ਹੈ, ਸਿੱਖ ਨੇ ਪਹੁੰਚਣਾ ਕਿੱਥੇ ਹੈ। ਸੋ ਭਾਈ, ਇਸ ਕਰਕੇ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਸਿੱਖ ਦਾ ਅਰਥ ਕੀ ਹੈ, ਅਸੀਂ ਸਿੱਖ ਕਿਉਂ ਬਣੇ ਹਾਂ, ਕਿਉਂ ਗੁਰੂ ਘਰ ਵਿੱਚ ਅਸੀਂ ਦਾਖਲਾ ਲਿਆ। ਇਸ ਕਰਕੇ ਸਾਨੂੰ ਸਮਝਣਾ ਪਵੇਗਾ ਜੀ। ਗੁਰੂ ਕਿਰਪਾ ਕਰੇ, ਗੁਰੂ ਉਪਦੇਸ਼ ਸਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ ਜੀ। ਨਾਮ ਸ਼ਬਦ ਦੇ ਨਾਲ ਜੁੜੇ ਰਹੀਏ। ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।